ਪਾਠ 6ਵਾਂ। ਐਲਬਰਟ ਆਇਨਸਟਾਈਨ। ਪਿਆਰੇ ਬੱਚਿਓ, ਕੀ ਤੁਹਾਡੇ ਵਿੱਚੋਂ ਮੈਨੂੰ ਕੋਈ ਕਿਸੇ ਫਿਲਮ ਸਟਾਰ ਦਾ ਨਾਮ ਦੱਸੇਗਾ? ਜੀ ਮੈਡਮ ਜੀ, ਅਨਿਲ ਕਪੂਰ, ਅਮਿਤਾਭ ਬੱਚਨ, ਹੇਮਾ ਮਾਲਿਨੀ, ਸਲਮਾਨ ਖਾਨ। ਵਾਹ ਜੀ ਵਾਹ, ਤੁਹਾਨੂੰ ਸਾਰਿਆਂ ਨੂੰ ਬਹੁਤ ਫਿਲਮ ਅਭਿਨੇਤਾਵਾਂ ਬਾਰੇ ਪਤਾ ਹੈ। ਚਲੋ ਹੁਣ ਤੁਸੀਂ ਮੈਨੂੰ ਕੁਝ ਵਿਗਿਆਨੀਆਂ ਦੇ ਨਾਂ ਦੱਸੋ। ਮੈਡਮ ਜੀ, ਨਿਊਟਨ, ਵਿਲੀਅਮ, ਐਲਬਰਟ। ਹੋਰ ਦੱਸੋ, ਕੀ ਤੁਸੀਂ ਐਲਬਰਟ ਆਇਨਸਟਾਈਨ ਬਾਰੇ ਸੁਣਿਆ ਕਦੇ? ਨਹੀਂ ਮੈਡਮ ਜੀ, ਉਹ ਕੌਣ ਸੀ? ਆਓ ਅੱਜ ਤੁਹਾਨੂੰ ਸਾਰਿਆਂ ਨੂੰ ਪ੍ਰਸਿੱਧ ਵਿਗਿਆਨੀ ਐਲਬਰਟ ਆਇਨਸਟਾਈਨ ਬਾਰੇ ਦੱਸਾਂ। ਐਲਬਰਟ ਆਇਨਸਟਾਈਨ ਨੂੰ ਉਹਨਾਂ ਦੀ ਅਧਿਆਪਕਾਂ ਨੇ ਬੇਵਕੂਫ ਕਹਿ ਕੇ ਸਕੂਲ ਵਿੱਚੋਂ ਕੱਢ ਦਿੱਤਾ ਸੀ। ਉਹਨਾਂ ਦੀ ਮਾਂ ਨੇ ਆਪਣੇ ਬੇਟੇ ਨੂੰ ਖੁਦ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਆਇਨਸਟਾਈਨ ਦਾ ਦਿਮਾਗ ਕਿੰਨਾ ਤੇਜ਼ ਸੀ ਇਹ ਅੱਜ ਸਾਰੇ ਜਾਣਦੇ ਹਨ। 9 ਸਾਲ ਦੀ ਉਮਰ ਤੱਕ ਉਹ ਹਕਲਾਉਂਦੇ ਸਨ। ਉਹਨਾਂ ਦਾ ਦਿਮਾਗ ਇੰਨਾ ਤੇਜ਼ ਕਿਵੇਂ ਸੀ, ਇਸ ਤੇ ਰਿਸਰਚ ਕਰਨ ਲਈ ਉਸ ਨੂੰ ਅੱਜ ਵੀ ਲੈਬੋਰੇਟਰੀ ਵਿੱਚ ਰੱਖਿਆ ਗਿਆ ਹੈ। ਇਸ ਦੇ ਕੁਝ ਹਿੱਸੇ ਹੁਣ ਅਜਾਇਬ ਘਰਾਂ ਵਿੱਚ ਪ੍ਰਦਰਸ਼ਿਤ ਵੀ ਹਨ। ਖਾਸ ਗੱਲ ਹੈ ਕਿ ਉਹਨਾਂ ਦੇ ਦਿਮਾਗ ਨੂੰ 1955 ਵਿੱਚ ਉਹਨਾਂ ਦੇ ਦੇਹਾਂਤ ਦੇ ਤੁਰੰਤ ਬਾਅਦ ਕੱਢ ਕੇ ਸੁਰੱਖਿਅਤ ਰੱਖ ਲਿਆ ਗਿਆ ਸੀ, ਪਰ ਇਹ ਗੱਲ 23 ਸਾਲ ਤੱਕ ਗੁਪਤ ਰਹੀ ਸੀ। ਆਇਨਸਟਾਈਨ ਉਹਨਾਂ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਦੇ ਸਿਧਾਂਤ ਦੀ ਵਰਤੋਂ ਅੱਜ ਵੀ ਹੋਣ ਵਾਲੇ ਪ੍ਰਯੋਗਾਂ ਵਿੱਚ ਇਸਤੇਮਾਲ ਹੋ ਰਹੀ ਹੈ। ਪ੍ਰਕਾਸ਼ ਦਾ ਬਿਜਲੀ ਪ੍ਰਭਾਵ ਵਿਸ਼ੇ ਤੇ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਮਹੱਤਵਪੂਰਨ ਐਵਾਰਡ, ਨੋਬਲ ਐਵਾਰਡ ਦਿੱਤਾ ਗਿਆ ਸੀ। ਆਧੁਨਿਕ ਵਿਗਿਆਨ ਦੇ ਜਨਮਦਾਤਾ ਮੰਨੇ ਜਾਣ ਵਾਲੇ ਇਸ ਮਹਾਨ ਵਿਗਿਆਨੀ ਦਾ ਜਨਮ ਦੱਖਣੀ ਜਰਮਨੀ ਦੇ ਇੱਕ ਸ਼ਹਿਰ ਉਲਮ ਵਿੱਚ 14 ਮਾਰਚ 1879 ਵਿੱਚ ਹੋਇਆ ਸੀ। ਪਰ ਜਦੋਂ ਉਹ ਸਿਰਫ 1 ਸਾਲ ਦੇ ਹੀ ਸਨ, ਉਦੋਂ ਉਹਨਾਂ ਦਾ ਪਰਿਵਾਰ ਮਿਊਨਿਖ ਚਲਾ ਗਿਆ। ਆਇਨਸਟਾਈਨ ਬਚਪਨ ਵਿੱਚ ਬਹੁਤ ਹੀ ਸ਼ਰਮੀਲੇ ਸੁਭਾਅ ਦੇ ਸਨ। ਉਹਨਾਂ ਦੀ ਮਾਂ ਨੂੰ ਪਿਆਨੋ ਵਜਾਉਣ ਦਾ ਬੜਾ ਸ਼ੌਂਕ ਸੀ। ਆਪਣੀ ਮਾਂ ਦੇ ਕੋਲ ਬੈਠ ਕੇ ਉਹ ਵੀ ਪਿਆਨੋ ਸਿੱਖ ਗਏ। ਆਇਨਸਟਾਈਨ ਗਣਿਤ ਵਿਸ਼ੇ ਵਿੱਚ ਬਹੁਤ ਕਮਜ਼ੋਰ ਸਨ, ਇੱਥੋਂ ਤੱਕ ਕਿ ਉਹਨਾਂ ਨੂੰ ਉਹਨਾਂ ਦੇ ਸਾਥੀ ਬੁੱਧੂ ਕਹਿੰਦੇ ਸਨ ਅਤੇ ਅਧਿਆਪਕਾਂ ਦਾ ਅੰਦਾਜ਼ਾ ਸੀ ਕਿ ਉਹ ਚਾਹੇ ਕਿਸੇ ਹੋਰ ਵਿਸ਼ੇ ਵਿੱਚ ਪਾਸ ਹੋ ਜਾਣ, ਪਰ ਗਣਿਤ ਵਿੱਚ ਕਦੇ ਪਾਸ ਨਹੀਂ ਹੋ ਸਕਦੇ। ਇਹ ਇੱਕ ਹੈਰਾਨੀਜਨਕ ਤੱਥ ਹੈ ਕਿ ਉਹਨਾਂ ਨੇ ਬਾਅਦ ਵਿੱਚ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਹੀ ਪ੍ਰਸਿੱਧੀ ਹਾਸਲ ਕੀਤੀ। ਜਦੋਂ ਉਹਨਾਂ ਦੀ ਉਮਰ 15 ਸਾਲ ਦੀ ਹੋਈ, ਉਦੋਂ ਉਹਨਾਂ ਦਾ ਪਰਿਵਾਰ ਇਟਲੀ ਚਲਾ ਗਿਆ। ਉੱਥੋਂ ਆਇਨਸਟਾਈਨ ਨੂੰ ਖੋਜ ਲਈ ਸਵਿਟਜ਼ਰਲੈਂਡ ਭੇਜਿਆ ਗਿਆ। ਜ਼ਿਊਰਿਖ, ਸਵਿਟਜ਼ਰਲੈਂਡ ਦੇ ਮਸ਼ਹੂਰ ਸਵਿਸ ਫੈਡਰਲ ਪੋਲੀਟੈਕਨਿਕ ਸਕੂਲ ਵਿੱਚ ਦਾਖਲਾ ਲੈਣ ਲਈ ਉਹ ਇੱਕ ਪ੍ਰੀਖਿਆ ਵਿੱਚ ਬੈਠੇ, ਪਰ ਫੇਲ ਹੋ ਗਏ। 1 ਸਾਲ ਤੱਕ ਹੋਰ ਤਿਆਰੀ ਕਰਨ ਤੋਂ ਬਾਅਦ ਉਹ ਫਿਰ ਉਸੇ ਪ੍ਰੀਖਿਆ ਵਿੱਚ ਬੈਠੇ। ਉਦੋਂ ਉਹਨਾਂ ਨੂੰ ਦਾਖਲਾ ਮਿਲਿਆ। ਸਵਿਟਜ਼ਰਲੈਂਡ ਵਿੱਚ ਹੀ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਉਹਨਾਂ ਦੀ ਪ੍ਰਤਿਭਾ ਦਾ ਅਸਲ ਵਿਕਾਸ ਹੋਇਆ। ਸੰਨ 1904 ਦੀ ਗੱਲ ਹੈ। ਉਨੀ ਦਿਨੀ ਆਇਨਸਟਾਈਨ ਆਪਣੇ ਛੋਟੇ ਬੱਚੇ ਨੂੰ ਪ੍ਰੈਮ ਵਿੱਚ ਘੁਮਾਉਣ ਲਿਜਾਂਦੇ ਸਨ ਤਾਂ ਉਹਨਾਂ ਕੋਲ ਇੱਕ ਨੋਟਬੁੱਕ ਹੁੰਦੀ ਸੀ। ਜਿੱਥੇ ਚਾਹੇ ਗੱਡੀ ਰੋਕ ਕੇ ਉਹ ਇਸ ਨੋਟਬੁੱਕ ਵਿੱਚ ਗਣਿਤ ਅਤੇ ਭੌਤਿਕੀ ਦੀਆਂ ਸਮੱਸਿਆਵਾਂ ਹੱਲ ਕਰਦੇ ਰਹਿੰਦੇ ਸਨ। ਬਾਅਦ ਵਿੱਚ ਨੋਟਬੁੱਕ ਨੂੰ ਦੇਖਣ ਤੋਂ ਪਤਾ ਲੱਗਾ ਕਿ ਬ੍ਰਹਿਮੰਡ ਨੂੰ ਸਮਝਣ ਲਈ ਉਸ ਨੋਟਬੁੱਕ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਸੀ। ਸੰਨ 1905 ਵਿੱਚ ਜਦੋਂ ਆਇਨਸਟਾਈਨ 26 ਸਾਲਾਂ ਦੇ ਸਨ, ਉਦੋਂ ਉਹਨਾਂ ਨੂੰ ਜ਼ਿਊਰਿਖ ਯੂਨੀਵਰਸਿਟੀ ਤੋਂ PhD ਦੀ ਉਪਾਧੀ ਮਿਲੀ। ਇਸੇ ਸਾਲ ਉਹਨਾਂ ਨੇ ਭੌਤਿਕ ਵਿਗਿਆਨ ਦੀ ਇੱਕ ਮਸ਼ਹੂਰ ਮੈਗਜ਼ੀਨ ਵਿੱਚ ਆਪਣੀਆਂ ਖੋਜਾਂ ਨਾਲ ਸੰਬੰਧਿਤ 5 ਲੇਖ ਛਪਵਾਏ। ਇਹਨਾਂ ਲੇਖਾਂ ਨਾਲ ਆਇਨਸਟਾਈਨ ਦੀ ਪ੍ਰਸਿੱਧੀ ਸੰਸਾਰ ਭਰ ਵਿੱਚ ਫੈਲ ਗਈ। ਆਇਨਸਟਾਈਨ ਦੇ ਮਹੱਤਵਪੂਰਨ ਸਿਧਾਂਤ। ਉਹਨਾਂ ਦੇ ਇੱਕ ਖੋਜ ਪੱਤਰ ਵਿੱਚ ਇਹ ਦੱਸਿਆ ਗਿਆ ਸੀ ਕਿ ਜਦੋਂ ਪੋਟਾਸ਼ੀਅਮ, ਟੰਗਸਟਨ ਆਦਿ ਵਰਗੀਆਂ ਧਾਤੂਆਂ ਤੇ ਪ੍ਰਕਾਸ਼ ਪੈਂਦਾ ਹੈ ਤਾਂ ਇਹਨਾਂ ਧਾਤੂਆਂ ਤੋਂ
ਇਲੈਕਟ੍ਰੌਨ ਨਿਕਲਣ ਲੱਗਦੇ ਹਨ। ਇਹਨਾਂ ਇਲੈਕਟ੍ਰੌਨਾਂ ਨੂੰ ਫੋਟੋ ਇਲੈਕਟ੍ਰੌਨ ਕਹਿੰਦੇ ਹਨ। ਇਸ ਪ੍ਰਭਾਵ ਦਾ ਸਿਧਾਂਤ ਦੇਣ ਲਈ ਉਹਨਾਂ ਨੂੰ ਨੋਬਲ ਅਵਾਰਡ ਦਿੱਤਾ ਗਿਆ। ਦੂਸਰੇ ਖੋਜ ਪੱਤਰ ਵਿੱਚ ਉਹਨਾਂ ਨੇ ਬਰਾਊਨੀਅਨ ਰਫ਼ਤਾਰ ਦੀ ਖੋਜ ਕੀਤੀ ਸੀ। ਇਸ ਸਿਧਾਂਤ ਮੁਤਾਬਕ ਕਿਸੇ ਵੀ ਤਰਲ ਪਦਾਰਥ ਵਿੱਚ ਸੁਤੰਤਰਤਾ ਪੂਰਵਕ ਲਟਕੇ ਹੋਏ ਕਣਾਂ ਦੀ ਰਫ਼ਤਾਰ ਤਰਲ ਪਦਾਰਥ ਦੇ ਅਣੂਆਂ ਨਾਲ ਲਗਾਤਾਰ ਟਕਰਾਉਣ ਕਾਰਨ ਹੁੰਦੀ ਹੈ। ਤੀਸਰੇ ਲੇਖ ਵਿੱਚ ਉਹਨਾਂ ਨੇ ਵਿਸ਼ਵ ਪ੍ਰਸਿੱਧ ਸਾਪੇਖਤਾ ਦਾ ਸਿਧਾਂਤ ਪੇਸ਼ ਕੀਤਾ ਸੀ। ਇਸ ਲੇਖ ਵਿੱਚ ਉਹਨਾਂ ਨੇ ਸਿੱਧ ਕਰਕੇ ਦਿਖਾਇਆ ਸੀ ਕਿ ਤਰਲ ਵਾਲੀ ਦੂਰੀ ਅਤੇ ਸਮੇਂ ਵਰਗੀਆਂ ਭੌਤਿਕ ਰਾਸ਼ੀਆਂ ਜਿਨ੍ਹਾਂ ਨੂੰ ਸਥਿਰ ਮੰਨਿਆ ਜਾਂਦਾ ਹੈ ਵੀ ਵੇਗ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸ ਸਿਧਾਂਤ ਨੇ ਸੰਸਾਰ ਵਿੱਚ ਤਹਿਲਕਾ ਮਚਾ ਦਿੱਤਾ। ਇਸੇ ਲੇਖ ਵਿੱਚ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਈਥਰ ਵਰਗੇ ਮਾਧਿਅਮ ਦੀ ਕੋਈ ਹੋਂਦ ਨਹੀਂ ਹੈ। ਅਸਲ ਵਿੱਚ ਉਹਨਾਂ ਦਾ ਇਹ ਸਿਧਾਂਤ ਇੰਨਾ ਮੁਸ਼ਕਿਲ ਸੀ ਕਿ ਇਸ ਨੂੰ ਉਸ ਸਮੇਂ ਸੰਸਾਰ ਦੇ ਕੁਝ ਗਿਣੇ ਚੁਣੇ ਵਿਗਿਆਨੀ ਹੀ ਸਮਝ ਸਕੇ। ਚੌਥੇ ਲੇਖ ਵਿੱਚ ਉਹਨਾਂ ਨੇ ਤਰਲਤਾ ਅਤੇ ਊਰਜਾ ਦੀ ਸਮਤੁਲਤਾ ਦੇ ਵਿਸ਼ੇ ਵਿੱਚ ਕ੍ਰਾਂਤੀਕਾਰੀ ਵਿਚਾਰ ਪੇਸ਼ ਕੀਤੇ ਸੀ। ਇਸੇ ਸਿਧਾਂਤ ਦੇ ਆਧਾਰ ਤੇ ਪਰਮਾਣੂ ਬੰਬ ਬਣਾਇਆ ਗਿਆ। ਪੰਜਵੇਂ ਲੇਖ ਵਿੱਚ ਉਹਨਾਂ ਨੇ ਸਿੱਧ ਕੀਤਾ ਸੀ ਕਿ ਪ੍ਰਕਾਸ਼ ਕਣਾਂ ਦੇ ਰੂਪ ਵਿੱਚ ਮਿਲਦਾ ਹੈ ਜਿਸ ਨੂੰ ਫੋਟੋਨ ਕਹਿੰਦੇ ਹਨ। 1916 ਵਿੱਚ ਉਹਨਾਂ ਨੇ ਜਨਰਲ ਥਿਊਰੀ ਆਫ ਰਿਲੇਟਿਵਿਟੀ ਤੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਬ੍ਰਹਿਮੰਡ ਦੀ ਗੁਰੂਤਾਕਰਸ਼ਣ ਸਮੱਸਿਆ ਤੇ ਰੋਸ਼ਨੀ ਪਾਈ ਗਈ ਸੀ। ਸੰਨ 1933 ਵਿੱਚ ਜਰਮਨੀ ਤੇ ਹਿਟਲਰ ਦੀ ਤਾਨਾਸ਼ਾਹੀ ਛਾ ਗਈ। ਲੋਕਾਂ ਦਾ ਬੋਲਣਾ ਬੰਦ ਹੋ ਗਿਆ। ਉਨੀ ਦਿਨੀ ਆਇਨਸਟਾਈਨ ਨੂੰ ਇੱਕ ਭਾਸ਼ਣ ਦੇਣ ਲਈ ਅਮਰੀਕਾ ਜਾਣਾ ਪਿਆ। ਅਮਰੀਕਾ ਵਿੱਚ ਹੀ ਉਹਨਾਂ ਦੇ ਦੋਸਤਾਂ ਨੇ ਇੱਕ ਪੱਤਰ ਲਿਖਿਆ ਕਿ ਉਹ ਪਰਤ ਕੇ ਜਰਮਨੀ ਨਾ ਆਉਣ, ਨਹੀਂ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਤੇ ਮਹਾਦੋਸ਼ ਲਗਾਇਆ ਜਾ ਚੁੱਕਾ ਸੀ। ਇਸ ਪੱਤਰ ਦੇ ਆਧਾਰ ਤੇ ਆਇਨਸਟਾਈਨ ਅਮਰੀਕਾ ਵਿੱਚ ਹੀ ਰੁਕ ਗਏ ਤੇ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਇੱਕ ਚੰਗਾ ਅਹੁਦਾ ਮਿਲ ਗਿਆ। ਅਮਰੀਕਾ ਵਿੱਚ ਰਹਿੰਦੇ ਹੋਏ ਪ੍ਰੈਜ਼ੀਡੈਂਟ ਰੂਜ਼ਵੈਲਟ ਦੇ ਸਮੇਂ ਵਿੱਚ ਉਹਨਾਂ ਨੇ ਵਿਗਿਆਨ ਤੇ ਬਹੁਤ ਕੰਮ ਕੀਤਾ। ਭੌਤਿਕ ਵਿਗਿਆਨ ਦੀ ਚੰਗੀ ਸੇਵਾ ਕਰਦਿਆਂ ਸੰਨ 1945 ਵਿੱਚ ਆਇਨਸਟਾਈਨ ਪ੍ਰਿੰਸਟਨ ਯੂਨੀਵਰਸਿਟੀ ਤੋਂ ਰਿਟਾਇਰ ਹੋ ਚੁੱਕੇ ਸਨ। ਇਸ ਤੋਂ ਬਾਅਦ ਵੀ ਉਹ ਵਿਗਿਆਨ ਦੀ ਸੇਵਾ ਕਰਦੇ ਰਹੇ ਅਤੇ 18 ਅਪ੍ਰੈਲ 1955 ਨੂੰ ਨੀਂਦ ਦੀ ਹਾਲਤ ਵਿੱਚ ਇਸ ਮਹਾਨ ਵਿਗਿਆਨੀ ਦਾ ਦੇਹਾਂਤ ਹੋ ਗਿਆ। ਸਿੱਖਿਆ, ਐਲਬਰਟ ਆਇਨਸਟਾਈਨ ਮਹਾਨ ਭੌਤਿਕ ਵਿਗਿਆਨੀ ਸਨ।